तवारीखे खालसा नाल जुड़े समूह दर्शकों का स्वागत है। फतेह प्रवान करो जी। वाहिगुरू जी का खालसा वाहिगुरू जी की फतेह। ਗਿਆਨੀ ਦਿੱਤ ਸਿੰਘ जी जो अज के दिन अकाल चलाना कर गए सन, उन्हां दे जीवन बारे गल करांगे, जिन्हां दा जीवन काल 1853 ईस्वी तो 1901 ईस्वी तक दा है। विद्वान, कवि अते पत्रकार, एक प्रसिद्ध सिंह सभा सुधारक अते संपादक सी। ਇਹ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲੌੜ ਵਿੱਚ 21 ਅਪ੍ਰੈਲ 1853 ਨੂੰ ਪੈਦਾ ਹੋਏ ਸੀ। ਇਹਨਾਂ ਦਾ ਪੁਰਾਣਾ ਪਿੰਡ ਚਮਕੌਰ ਸਾਹਿਬ ਦੇ ਨੇੜੇ ਝੱਲੀਆਂ ਸੀ, ਪਰੰਤੂ ਇਹਨਾਂ ਦੇ ਪਿਤਾ ਦੀਵਾਨ ਸਿੰਘ ਆਪਣੀ ਪਤਨੀ ਦੇ ਪਿੰਡ ਕਲੌੜ ਆ ਵਸੇ ਸੀ। ਦੀਵਾਨ ਸਿੰਘ ਜਾਤ ਦੇ ਰਵਿਦਾਸੀਆ ਤੇ ਕਿੱਤੇ ਵਜੋਂ ਜੁਲਾਹਾ ਸਨ, ਪਰ ਇੱਕ ਧਾਰਮਿਕ ਵਿਰਤੀ ਵਾਲੇ ਮਨੁੱਖ ਸੀ, ਜਿਨ੍ਹਾਂ ਨੂੰ ਲੋਕ ਇਹਨਾਂ ਦੇ ਪਵਿੱਤਰ ਜੀਵਨ ਕਰਕੇ ਸੰਤ ਕਹਿੰਦੇ ਸਨ। ਉਹ ਆਪ ਗੁਲਾਬਦਾਸੀ ਫਿਰਕੇ ਦੇ ਪ੍ਰਸ਼ੰਸਕ ਸਨ, ਇਸ ਲਈ ਉਹਨਾਂ ਨੇ ਦਿੱਤ ਸਿੰਘ ਨੂੰ 9 ਸਾਲ ਦੀ ਉਮਰ ਵਿੱਚ ਖਰੜ ਦੇ ਨੇੜੇ ਤਿਉੜ ਪਿੰਡ ਵਿਖੇ ਡੇਰਾ ਗੁਲਾਬਦਾਸੀਆ ਵਿੱਚ ਸੰਤ ਗੁਰਬਖਸ਼ ਸਿੰਘ ਤੋਂ ਵਿੱਦਿਆ ਗ੍ਰਹਿਣ ਕਰਨ ਲਈ ਭੇਜ ਦਿੱਤਾ। ਦਿੱਤ ਸਿੰਘ ਜੀ ਨੇ ਡੇਰੇ ਵਿੱਚ ਗੁਰਮੁਖੀ, ਪਿੰਗਲ, ਵੇਦਾਂਤ ਅਤੇ ਨੀਤੀ ਸ਼ਾਸਤਰ ਪੜ੍ਹੇ ਅਤੇ ਤਿਉੜ ਨਿਵਾਸੀ ਦਇਆਨੰਦ ਤੋਂ ਉਰਦੂ ਸਿੱਖੀ। 16-17 ਸਾਲ ਦੀ ਉਮਰ ਵਿੱਚ ਇਹ ਲਾਹੌਰ ਜ਼ਿਲ੍ਹੇ ਵਿੱਚ ਕਸੂਰ ਦੇ ਨੇੜੇ ਗੁਲਾਬਦਾਸੀਆ ਦੇ ਮੁੱਖ ਕੇਂਦਰ ਚਠਿਆਲਾ ਵਿੱਚ ਚਲੇ ਗਏ। ਰਸਮੀ ਤੌਰ ਤੇ ਸੰਤ ਦੇਸਾ ਸਿੰਘ ਫਿਰਕੇ ਨਾਲ ਸੰਬੰਧਿਤ ਹੋਣ ਕਰਕੇ ਇਹ ਗੁਲਾਬਦਾਸੀ ਪ੍ਰਚਾਰਕ ਬਣ ਗਏ ਅਤੇ ਛੇਤੀ ਹੀ ਪਿੱਛੋਂ ਇਹ ਗੁਲਾਬਦਾਸੀ ਫਿਰਕੇ ਦੇ ਪੈਰੋਕਾਰ ਭਾਈ ਜਵਾਹਰ ਸਿੰਘ ਦੇ ਪ੍ਰਭਾਵ ਹੇਠ ਆ ਕੇ ਜੋ ਆਰੀਆ ਸਮਾਜ ਵਿੱਚ ਚਲਾ ਗਿਆ ਸੀ, ਦਿੱਤ ਸਿੰਘ ਵੀ ਆਰੀਆ ਸਮਾਜੀ ਬਣ ਗਏ। ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆਨੰਦ ਨਾਲ ਇਹਨਾਂ ਦੀ 1877 ਵਿੱਚ ਲਾਹੌਰ ਫੇਰੀ ਸਮੇਂ ਜਾਣ ਪਛਾਣ ਕਰਵਾਈ ਗਈ ਸੀ, ਪਰੰਤੂ ਛੇਤੀ ਹੀ ਪਿੱਛੋਂ ਇਹ ਅਤੇ ਇਹਨਾਂ ਦੇ ਮਿੱਤਰ ਜਵਾਹਰ ਸਿੰਘ ਭਾਈ ਗੁਰਮੁਖ ਸਿੰਘ ਦੁਆਰਾ ਸਿੱਖ ਧਰਮ ਵਿੱਚ ਵਾਪਸ ਲਿਆਂਦੇ ਗਏ, ਜੋ ਉਸ ਸਮੇਂ ਸਿੰਘ ਸਭਾ ਲਹਿਰ ਦਾ ਸਰਗਰਮ ਮੈਂਬਰ ਸੀ। 1886 ਵਿੱਚ ਭਾਈ ਗੁਰਮੁਖ ਸਿੰਘ ਨੇ ਅੰਮ੍ਰਿਤਸਰ ਦੇ ਬਰਾਬਰ ਲਾਹੌਰ ਖਾਲਸਾ ਦੀਵਾਨ ਸਥਾਪਿਤ ਹੋਣ ਮਗਰੋਂ ਇੱਕ ਹਫ਼ਤਾਵਾਰ ਅਖਬਾਰ ਖਾਲਸਾ ਅਖਬਾਰ ਜਾਰੀ ਕੀਤਾ। ਭਾਵੇਂ ਇਸ ਦਾ ਪਹਿਲਾ ਸੰਪਾਦਕ ਗਿਆਨੀ ਝੰਡਾ ਸਿੰਘ ਸੀ, ਪਰੰਤੂ ਮੁੱਖ ਲੇਖ ਭੇਜਣ ਵਾਲਾ ਗਿਆਨੀ ਦਿੱਤ ਸਿੰਘ ਸੀ, ਜਿਨ੍ਹਾਂ ਨੇ ਛੇਤੀ ਹੀ ਉਸ ਤੋਂ ਸੰਪਾਦਕੀ ਆਪਣੇ ਹੱਥ ਲੈ ਲਈ। ਇਹਨਾਂ ਨੇ ਉਸੇ ਸਾਲ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ ਸੀ ਅਤੇ ਓਰੀਐਂਟਲ ਕਾਲਜ ਵਿੱਚ ਇਹਨਾਂ ਨੂੰ ਇੱਕ ਅਧਿਆਪਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਇਹਨਾਂ ਦੇ ਹੱਥਾਂ ਵਿੱਚ ਨਾ ਹੋਣ ਕਰਕੇ ਖਾਲਸਾ ਅਖਬਾਰ ਸਿੰਘ ਸਭਾ ਵਿਚਾਰਧਾਰਾ ਦੇ ਫੈਲਾਉਣ ਦਾ ਇੱਕ ਯੋਗ ਅਤੇ ਸ਼ਕਤੀਸ਼ਾਲੀ ਸਾਧਨ ਬਣ ਗਿਆ। ਖਾਲਸਾ ਦੀਵਾਨ ਅੰਮ੍ਰਿਤਸਰ, ਜਿਸ ਦੀ ਰਹਿਨੁਮਾਈ ਕਰਨ ਵਾਲੇ ਬਾਬਾ ਖੇਮ ਸਿੰਘ ਵੇਦੀ ਅਤੇ ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਨੇ ਮਾਰਚ 1887 ਵਿੱਚ ਦਰਬਾਰ ਸਾਹਿਬ ਦੀ ਮੋਹਰ ਹੇਠ ਭਾਈ ਗੁਰਮੁਖ ਸਿੰਘ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਸੀ। 16 ਅਪ੍ਰੈਲ 1887 ਨੂੰ ਗਿਆਨੀ ਦਿੱਤ ਸਿੰਘ ਨੇ ਇੱਕ ਖਾਸ ਅੰਕ ਕੱਢਿਆ, ਜਿਸ ਵਿੱਚ ਇਹਨਾਂ ਦੇ ਸਵਪਨ ਨਾਟਕ ਅਤੇ ਸੁਪਨ ਨਾਟਕ ਦਾ ਕੁਝ ਹਿੱਸਾ ਛਾਪਿਆ, ਜੋ ਇੱਕ ਹਲਕਾ ਜਿਹਾ ਵਿਅੰਗ ਸੀ, ਜਿਸ ਵਿੱਚ ਅੰਮ੍ਰਿਤਸਰ ਦੇ ਲੀਡਰਾਂ ਤੇ ਉਹਨਾਂ ਦੇ ਸਮਰਥਕਾਂ ਦਾ ਮਖੌਲ ਉਡਾਇਆ ਗਿਆ ਸੀ। ਇਸ ਸਾਂਗ ਦੇ ਦੋਸ਼ੀਆਂ ਵਿੱਚੋਂ ਇੱਕ ਬਾਬਾ ਉਦੇ ਸਿੰਘ ਨੇ ਲਾਹੌਰ ਕਚਹਿਰੀ ਵਿੱਚ ਗਿਆਨੀ ਦਿੱਤ ਸਿੰਘ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ। ਦਿੱਤ ਸਿੰਘ ਜੀ ਨੂੰ 51 ਰੁਪਏ ਜੁਰਮਾਨਾ ਹੋਇਆ, ਪਰੰਤੂ ਅਪੀਲ ਕਰਨ ਤੇ 30 ਅਪ੍ਰੈਲ 1888 ਨੂੰ ਸੈਸ਼ਨ ਕੋਰਟ ਨੇ ਛੱਡ ਦਿੱਤਾ ਸੀ। ਇਹ ਕੇਸ ਸਾਲ ਭਰ ਚੱਲਦਾ ਰਿਹਾ, ਜਿਸ ਨਾਲ ਖਾਲਸਾ ਅਖਬਾਰ ਨੂੰ ਕਾਫੀ ਮਾਇਕ ਤੰਗੀ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਹੀ ਮਈ 1887 ਵਿੱਚ ਇਸ ਦੇ ਮੁੱਖ ਸਰਪ੍ਰਸਤ ਕਪੂਰਥਲਾ ਦੇ ਕੰਵਰ ਬਿਕਰਮ ਸਿੰਘ ਦੀ ਮੌਤ ਨਾਲ ਇਸ ਨੂੰ ਕਾਫੀ ਨੁਕਸਾਨ ਹੋਇਆ ਸੀ। 1899 ਵਿੱਚ ਇਸ ਨੂੰ ਖਾਲਸਾ ਪ੍ਰੈਸ ਦੇ ਨਾਲ ਬੰਦ ਕਰਨਾ ਪਿਆ ਸੀ। ਭਾਈ ਗੁਰਮੁਖ ਸਿੰਘ ਨੇ ਜਿਵੇਂ ਤਿਵੇਂ ਭਾਈ ਕਾਨ ਸਿੰਘ ਰਾਹੀਂ ਮਹਾਰਾਜਾ ਨਾਭਾ ਤੋਂ ਮਦਦ ਪ੍ਰਾਪਤ ਕਰ ਲਈ ਅਤੇ ਖਾਲਸਾ ਅਖਬਾਰ 1 ਮਈ 1893 ਤੋਂ ਦੁਬਾਰਾ ਛਪਣਾ ਸ਼ੁਰੂ ਹੋ ਗਿਆ। ਸੰਪਾਦਕੀ ਦੁਆਰਾ ਫਿਰ ਦਿੱਤ ਸਿੰਘ ਜੀ ਨੂੰ ਸੌਂਪੀ ਗਈ। ਦਿੱਤ ਸਿੰਘ ਜੀ ਨੇ ਭਗਤ ਲਕਸ਼ਮਣ ਸਿੰਘ ਨੂੰ 5 ਜਨਵਰੀ 1899 ਨੂੰ ਲਾਹੌਰ ਤੋਂ ਇੱਕ ਅੰਗਰੇਜ਼ੀ ਸਪਤਾਹਿਕ ਸ਼ੁਰੂ ਕਰਨ ਦੀ ਮਦਦ ਕੀਤੀ। ਗਿਆਨੀ ਦਿੱਤ ਸਿੰਘ ਅਤੇ ਉਹਨਾਂ ਦੇ ਮਿੱਤਰ ਜਵਾਹਰ ਸਿੰਘ ਨੇ ਸਿੱਖ ਧਰਮ ਵਿੱਚ ਆਉਣ ਤੋਂ ਪਿੱਛੋਂ ਵੀ ਆਰੀਆ ਸਮਾਜ ਨਾਲ ਆਪਣਾ ਨਾਤਾ ਤੋੜਿਆ ਨਹੀਂ ਸੀ। ਅਖੀਰ 25 ਨਵੰਬਰ 1888 ਨੂੰ
ਇਹਨਾਂ ਅਖੀਰੀ ਆਪਣਾ ਸੰਬੰਧ ਤੋੜ ਲਿਆ ਜਦੋਂ ਇੱਕ ਆਮ ਜਲਸੇ ਵਿੱਚ ਆਰੀਆ ਸਮਾਜ ਲਾਹੌਰ ਦੀ 11ਵੀਂ ਸ਼ਤਾਬਦੀ ਦੇ ਮੌਕੇ ਤੇ ਸਰਕਾਰੀ ਕਾਲਜ ਲਾਹੌਰ ਦੇ ਪੰਡਿਤ ਗੁਰੂ ਦੱਤ ਅਤੇ ਲਾਲਾ ਮੁਰਲੀਧਰ ਨੇ ਸਿੱਖ ਗੁਰੂਆਂ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲੇ। ਇਸ ਨਾਲ ਗਿਆਨੀ ਦਿੱਤ ਸਿੰਘ ਅਤੇ ਜਵਾਰ ਸਿੰਘ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਤੇ ਉਹਨਾਂ ਨੇ ਆਰੀਆ ਸਮਾਜ ਛੱਡ ਦਿੱਤਾ। ਇਹ ਭਾਈ ਗੁਰਮੁਖ ਸਿੰਘ ਨਾਲ ਮਿਲ ਗਏ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿੰਘ ਸਭਾ ਦੇ ਕੰਮ ਦੇ ਸੰਪੁਰਦ ਕਰ ਦਿੱਤਾ। ਗਿਆਨੀ ਦਿੱਤ ਸਿੰਘ ਇੱਕ ਸ਼ਕਤੀਸ਼ਾਲੀ ਲਿਖਾਰੀ ਸੀ ਅਤੇ ਗਦ ਅਤੇ ਪਦ ਵਿੱਚ ਇੱਕੋ ਤਰ੍ਹਾਂ ਨਾਲ ਲਿਖ ਸਕਦੇ ਸੀ। ਇਹਨਾਂ ਨੇ ਸਿੱਖ ਧਰਮ ਸ਼ਾਸਤਰ ਅਤੇ ਇਤਿਹਾਸ ਉੱਤੇ ਤੇ ਮੌਜੂਦਾ ਵਿਵਾਦ ਉੱਤੇ 40 ਤੋਂ ਵੱਧ ਪੁਸਤਕਾਂ ਅਤੇ ਪੈਂਫਲਟ ਰਚੇ। ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਇਸ ਪ੍ਰਕਾਰ ਹਨ: ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਵਿਦਾਰਨ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਅਤੇ ਸਾਧੂ ਦਇਆਨੰਦ ਦਾ ਸੰਵਾਦ, ਨਕਲੀ ਸਿੱਖ ਪ੍ਰਬੋਧ ਅਤੇ ਪੰਥ ਸੁਧਾਰ ਬਿਨੈ ਪੱਤਰ। ਇਸ ਨੇ ਤਾਰਾ ਸਿੰਘ ਬਾਂਹ, ਸੁਵੇਗ ਸਿੰਘ, ਮਹਿਤਾਬ ਸਿੰਘ, ਮੀਰਾ ਕੋਟੀਆ, ਤਾਰੂ ਸਿੰਘ ਅਤੇ ਬੋਤਾ ਸਿੰਘ ਦੀਆਂ ਸ਼ਹੀਦੀਆਂ ਵੀ ਲਿਖ ਕੇ ਛਪਵਾਈਆਂ। ਦਿੱਤ ਸਿੰਘ ਜੀ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਅਨੁਸਾਰ ਲਾਹੌਰ ਵਿੱਚ 1880 ਵਿੱਚ ਹੋਇਆ ਸੀ। ਇਹਨਾਂ ਦੀ ਪਤਨੀ ਬਿਸ਼ਨ ਕੌਰ ਵੀ ਇਹਨਾਂ ਵਾਂਗ ਧਾਰਮਿਕ ਜਜ਼ਬੇ ਵਾਲੀ ਸੀ। ਇਸ ਦੰਪਤੀ ਦਾ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਸੀ। ਇਹਨਾਂ ਦੇ 2 ਬੱਚੇ ਸਨ, ਇੱਕ ਲੜਕਾ ਬਲਦੇਵ ਸਿੰਘ ਜੋ 1886 ਵਿੱਚ ਪੈਦਾ ਹੋਇਆ ਤੇ ਇੱਕ ਲੜਕੀ ਵਿਦਿਆਵੰਤ ਕੌਰ ਜੋ 1890 ਵਿੱਚ ਪੈਦਾ ਹੋਈ ਸੀ। ਦਿੱਤ ਸਿੰਘ ਜੀ ਆਪਣੀ ਲੜਕੀ ਨੂੰ ਬਹੁਤ ਪਿਆਰ ਕਰਦੇ ਸੀ ਜੋ ਬਹੁਤ ਹੋਣਹਾਰ ਬੱਚੀ ਸੀ। 17 ਜੂਨ 1901 ਨੂੰ ਉਸ ਦੀ ਮੌਤ ਨਾਲ ਦਿੱਤ ਸਿੰਘ ਜੀ ਨੂੰ ਬਹੁਤ ਧੱਕਾ ਲੱਗਾ, ਜਿਨ੍ਹਾਂ ਨੂੰ ਪਹਿਲਾਂ ਹੀ 1898 ਵਿੱਚ ਭਾਈ ਗੁਰਮੁਖ ਸਿੰਘ ਜੀ ਦੀ ਮੌਤ ਤੋਂ ਬਾਅਦ ਲਗਾਤਾਰ ਬਹੁਤ ਕੰਮ ਕਰਨਾ ਪੈਂਦਾ ਸੀ। ਇਹ ਫਿਰ ਵੀ ਸਬਰ ਅਤੇ ਹੌਸਲੇ ਨਾਲ ਕੰਮ ਕਰਦੇ ਰਹੇ, ਪਰੰਤੂ ਇਹਨਾਂ ਦੀ ਸਿਹਤ ਛੇਤੀ ਹੀ ਬਹੁਤ ਖਰਾਬ ਹੋ ਗਈ ਤੇ ਬਹੁਤ ਸਖਤ ਬਿਮਾਰ ਹੋ ਗਏ। ਇੱਕ ਮੁਸਲਮਾਨ ਡਾਕਟਰ ਰਹੀਮ ਖਾਨ ਨੇ ਇਹਨਾਂ ਇਲਾਜ ਕੀਤਾ, ਪਰੰਤੂ ਉਸ ਦਾ ਕੋਈ ਅਸਰ ਨਾ ਹੋਇਆ। ਗਿਆਨੀ ਦਿੱਤ ਸਿੰਘ 6 ਸਤੰਬਰ 1901 ਨੂੰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ। ਸਿੱਖਾਂ ਦੁਆਰਾ ਇਸ ਘਾਟੇ ਦੇ ਬਹੁਤ ਸੋਗ ਮਨਾਇਆ ਗਿਆ। ਇੱਕ 15 ਮੈਂਬਰੀ ਯਾਦਗਾਰੀ ਕਮੇਟੀ ਬਣਾਈ ਗਈ, ਜਿਸ ਦੇ ਭਾਈ ਸਾਹਿਬ ਅਰਜਨ ਸਿੰਘ ਬਾਗੜੀਆ ਚੇਅਰਮੈਨ ਸਨ। ਇਹਨਾਂ ਨਾਂ ਨਾਲ ਸੰਬੰਧਿਤ ਵਰਣਨਯੋਗ ਯਾਦਗਾਰਾਂ ਇਸ ਪ੍ਰਕਾਰ ਹਨ: ਗਿਆਨੀ ਦਿੱਤ ਸਿੰਘ ਖਾਲਸਾ ਬੋਰਡਿੰਗ ਹਾਊਸ ਲਾਹੌਰ, ਭਾਈ ਦਿੱਤ ਸਿੰਘ ਲਾਇਬ੍ਰੇਰੀ ਜੋ ਸਿੱਖ ਕੰਨਿਆ ਮਹਾਵਿਦਿਆਲਾ ਫਿਰੋਜ਼ਪੁਰ ਵਿਖੇ ਭਾਈ ਤਖਤ ਸਿੰਘ ਜੋ ਇਹਨਾਂ ਦੇ ਪਹਿਲੇ ਵਿਦਿਆਰਥੀਆਂ ਵਿੱਚੋਂ ਇੱਕ ਸੀ, ਉਹਨਾਂ ਦੁਆਰਾ ਖੋਲ੍ਹੀ ਗਈ ਸੀ। ਸਿੱਖ ਤਵਾਰੀਖ ਵਿੱਚੋਂ ਇੱਕ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੁੰਨੇ ਆ। ਤੁਸੀਂ ਜੁੜੇ ਰਹੋ ਤਵਾਰੀਖੇ ਖਾਲਸਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।